ਇਹ ਹੈ ਫਰੀਦਕੋਟ ਦਾ ਇਤਿਹਾਸਿਕ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਜੀ। ਬਾਬਾ ਫਰੀਦ ਜੀ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਕਿਹਾ ਜਾਂਦਾ ਹੈ ਕਿ ਇੱਥੇ ਮੂੰਹੋਂ ਮੰਗੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਦੂਰ ਦੁਰੇਡੇ ਥਾਵਾਂ ਤੋਂ ਵੀ ਲੋਕ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਪਹੁੰਚਦੇ ਨੇ। ਤੇ ਆਓ ਫਿਰ ਝਾਤ ਮਾਰਦੇ ਹਾਂ ਇਤਿਹਾਸਿਕ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ ਇਤਿਹਾਸ ਦੇ ਉੱਤੇ। ਬਾਬਾ ਫਰੀਦ ਜੀ 12ਵੀਂ ਸਦੀ ਦੇ ਵਿੱਚ ਸਨ 1215 ਦੇ ਵਿੱਚ ਦਿੱਲੀ ਤੋਂ ਤੁਰ ਕੇ ਪਾਕਪਟਨ ਜਾ ਰਹੇ ਸੀ ਤਾਂ ਜਾਂਦੇ ਹੋਏ ਫਰੀਦਕੋਟ ਦੇ ਵਿੱਚ ਆਰਾਮ ਕਰਨ ਦੇ ਲਈ ਰੁਕੇ। ਉਸ ਵੇਲੇ ਇਸ ਸ਼ਹਿਰ ਦਾ ਨਾਮ ਫਰੀਦਕੋਟ ਵੀ ਨਹੀਂ ਸੀ। ਉਸ ਵੇਲੇ ਸ਼ਹਿਰ ਦਾ ਨਾਮ ਸੀ ਮੋਕਲਹਰ। ਉਸ ਵੇਲੇ ਦੇ ਰਾਜੇ ਦੇ ਨਾਮ ਦੇ ਉੱਤੇ ਇਸ ਸ਼ਹਿਰ ਦਾ ਨਾਮ ਰੱਖਿਆ ਗਿਆ ਸੀ। ਦਰਸ਼ਨ ਕਰਨਾ ਨਾਲੇ ਬਹਿ ਕੇ ਪਾਠ ਕਰ ਲਈਦਾ। ਅਸੀਂ ਬਹੁਤ ਦੇਰ ਦੇ ਇੱਥੇ ਆਉਣੇ। ਮੈਂ ਡਰਾਈਵਰ ਹਾਂ। ਵੀਰਵਾਰ ਨੂੰ ਜੀ ਇੱਥੇ ਲੰਗਰ ਚੱਲਦਾ। ਵੀਰਵਾਰ ਨੂੰ ਇੱਥੇ ਚੌਲ ਬਣਦੇ ਆ। ਬਾਹਰ ਦੀ ਸੰਗਤ ਵੀ ਇੱਥੇ ਦਾਨ ਕਰ ਜਾਂਦੀ ਹੈ ਅਤੇ ਲੰਗਰ ਇੱਥੇ 24 ਘੰਟਾ ਚੱਲਦਾ ਰਹਿੰਦਾ। ਵਰਤਿਆ ਜਾਂਦਾ। ਇੱਥੇ ਸ਼ਰਧਾਂ ਪੂਰੀਆਂ ਹੁੰਦੀਆਂ ਅਤੇ ਬੜੇ ਲੋਕ ਦੂਰੋਂ ਤੋਂ ਆਉਂਦੇ ਆ। ਇੱਥੇ ਵਿਆਹ ਸ਼ਾਦੀ ਉਹ ਸੰਗਤ ਆਉਂਦੀ ਹੈ। ਇੱਥੇ ਉਹਨਾਂ ਦੀਆਂ ਸੁੱਖਾਂ ਮੰਗਾਂ ਪੂਰੀਆਂ ਹੁੰਦੀਆਂ ਅਤੇ ਉਹਨਾਂ ਦੇ ਮਹਾਰਾਜ ਕਿਰਪਾ ਕਰਦੇ। ਜੋ ਮੁੰਡੇ ਕੁੜੀਆਂ ਅਮਰੀਕਾ ਕਨੇਡਾ ਦੁਬਈ ਜਾਂਦੇ ਬਾਹਰ ਹਰ ਇੱਕ ਦੇ ਕਾਰਜ ਪੂਰੇ ਹੁੰਦੇ ਆ ਅਤੇ ਉਹ ਇੱਥੋਂ ਮੰਗਾਂ ਮੰਗ ਕੇ ਜਾਂਦੇ ਆ। ਉਹ ਆਣ ਕੇ ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ। ਗੁਰੂ ਸਾਹਿਬ ਨੂੰ ਰੁਮਾਲਾ ਭੇਟ ਕਰਦੇ ਆ। ਤਾਂ ਉਸ ਵੇਲੇ ਸਿਪਾਹੀਆਂ ਨੇ ਦੇਖਿਆ ਕਿ ਇਹ ਕੋਈ ਆਮ ਇਨਸਾਨ ਤਾਂ ਨਹੀਂ ਨੇ, ਬਲਕਿ ਇਹ ਤਾਂ ਉਸ ਵੇਲੇ ਦੇ ਪੀਰ ਪੈਗੰਬਰ ਫਕੀਰ ਨੇ। ਤਾਂ ਇਹ ਗੱਲ ਉਸ ਸਮੇਂ ਦੇ ਰਾਜੇ ਤੱਕ ਪਹੁੰਚੀ ਤਾਂ ਰਾਜੇ ਨੇ ਖੁਦ ਆ ਕੇ ਬਾਬਾ ਫਰੀਦ ਜੀ ਦੇ ਹੱਥ ਪੂੰਝੇ ਤੇ ਮਾਫੀ ਮੰਗੀ। ਅੱਜ ਆਪਾਂ ਬਾਬਾ ਫਰੀਦ ਜੀ ਦੇ ਚਰਨ ਛੋਹ ਸਥਾਨ ਟਿੱਲਾ ਬਾਬਾ ਫਰੀਦ ਵਿਖੇ ਮੌਜੂਦ ਹਾਂ। ਇਸ ਸਥਾਨ ਦਾ ਇਤਿਹਾਸ ਇਹ ਹੈ ਕਿ 12ਵੀਂ ਸਦੀ ਦੇ ਵਿੱਚ ਜਦੋਂ ਦਿੱਲੀ ਤੋਂ ਬਾਬਾ ਫਰੀਦ ਜੀ ਤੁਰ ਕੇ ਪਾਕਪਟਨ ਪਾਕਿਸਤਾਨ ਜਾ ਰਹੇ ਸੀ ਤਾਂ ਉਹਨਾਂ ਨੇ ਕੁਝ ਦਿਨ ਇਸ ਸ਼ਹਿਰ ਵਿਖੇ ਵਿਸ਼ਰਾਮ ਕੀਤਾ। ਕੁਝ ਦਿਨ ਇਸ ਸ਼ਹਿਰ ਦੇ ਵਿੱਚ ਰਹੇ। ਉਦੋਂ ਇਸ ਸ਼ਹਿਰ ਦਾ ਨਾਮ ਫਰੀਦਕੋਟ ਨਹੀਂ ਸੀ। ਇਸ ਸ਼ਹਿਰ ਦਾ ਨਾਮ ਸੀ ਮੋਕਲਹਰ, ਕਿਉਂਕਿ ਰਾਜੇ ਦਾ ਨਾਮ ਸੀ ਮੋਕਲ ਸੀ। ਇੱਕ ਭੱਟੀ ਰਾਜਪੂਤ ਦਾ ਰਾਜ ਸੀਗਾ। ਨੇੜੇ ਹੀ ਇਸ ਸਥਾਨ ਦੇ ਇੱਕ ਕਿਲ੍ਹਾ ਤੇ ਉਸ ਕਿਲ੍ਹੇ ਦੀ ਉਸਾਰੀ ਦੇ ਵਿੱਚ ਜਦੋਂ ਬਾਬਾ ਫਰੀਦ ਜੀ ਨੂੰ ਉੱਥੋਂ ਦੇ ਸਿਪਾਹੀਆਂ ਨੇ, ਰਾਜੇ ਦੇ ਸਿਪਾਹੀਆਂ ਨੇ, ਮੋਕਲ ਸੀ ਦੇ ਸਿਪਾਹੀਆਂ ਨੇ ਪਕੜ ਕੇ ਬਗਾਰ ਦੇ ਵਿੱਚ ਲਾ ਦਿੱਤਾ। ਬਗਾਰ ਦਾ ਮਤਲਬ ਹੈ ਸਿਰ ਤੇ ਗਾਰੇ ਵਾਲੀ ਟੋਕਰੀ। ਬਿਨਾਂ ਮਿਹਨਤ ਮੁਸ਼ੱਕਤ ਦਿੱਤਿਆਂ ਕਿਸੇ ਨੂੰ ਵੀ ਪਕੜ ਕੇ ਰਾਜੇ ਦੇ ਸਿਪਾਹੀ ਕੰਮ ਤੇ ਲਾ ਦਿੰਦੇ ਸੀ। ਤਾਂ ਜਦੋਂ ਉਹਨਾਂ ਦੇ ਸਿਰ ਤੇ ਬਾਬਾ ਫਰੀਦ ਜੀ ਦੇ ਸਿਰ ਤੇ ਗਾਲੇ ਵਾਲੀ ਟੋਕਰੀ ਚੁਕਵਾਈ ਤਾਂ ਉਹਨਾਂ ਦੇ ਸਿਰ ਤੋਂ ਉਹ ਟੋਕਰੀ 1.25 ਹੱਥ ਉੱਚੀ ਚਲੀ ਗਈ। ਤਾਂ ਰਾਜੇ ਦੇ ਸਿਪਾਹੀਆਂ ਨੇ ਵੇਖਿਆ ਕਿ ਇਹ ਕੋਈ ਪੀਰ ਪੈਗੰਬਰ, ਕੋਈ ਸੂਫੀ ਸੰਤ ਫਕੀਰ ਨੇ ਜਿਨ੍ਹਾਂ ਨੂੰ ਅਸੀਂ ਫੜ ਕੇ ਇਸ ਕੰਮ ਦੇ ਵਿੱਚ ਲਾ ਲਿਆ। ਤੇ ਜਦੋਂ ਇਸ ਗੱਲ ਦਾ ਪਤਾ ਉਸ ਸਮੇਂ ਦੇ ਰਾਜੇ ਮੋਕਲ ਸੀ ਭੱਟੀ ਰਾਜਪੂਤ ਨੂੰ ਲੱਗਿਆ ਤਾਂ ਉਹਨੇ ਆ ਕੇ ਬਾਬਾ ਫਰੀਦ ਜੀ ਤੋਂ ਮਾਫੀ ਮੰਗੀ, ਸਿਰ ਨਵਾਇਆ ਤੇ ਉਹ 40 ਦਿਨ ਜਿਹੜਾ ਟਿੱਲਾ ਬਾਬਾ ਫਰੀਦ ਵਿਖੇ ਇੱਕ ਵਣ ਦਾ ਦਰਖਤ ਹੈ ਉਹਦੇ ਕੋਲੇ ਉਹਨਾਂ ਨੇ 40 ਦਿਨ ਰਹੇ ਤੇ ਤਪੱਸਿਆ ਕੀਤੀ। ਤੇ ਉਹਨਾਂ ਦੇ ਜਾਣ ਤੋਂ ਬਾਅਦ ਉਸ ਸਮੇਂ ਦੇ ਰਾਜੇ ਨੇ ਬਾਬਾ ਫਰੀਦ ਜੀ ਦੀ ਯਾਦ ਦੇ ਵਿੱਚ 12ਵੀਂ ਸਦੀ ਦੇ ਵਿੱਚ ਮੋਕਲਹਰ ਤੋਂ ਇਸ ਸ਼ਹਿਰ ਦਾ ਨਾਮ ਬਦਲ ਕੇ ਫਰੀਦਕੋਟ ਰੱਖਤਾ। ਸੋ ਇਹ ਇਤਿਹਾਸ ਹੈ ਇਸ ਇਲਾਕੇ ਦਾ, ਇਸ ਸਥਾਨ ਦਾ। ਬਾਬਾ ਫਰੀਦ ਜੀ ਦਾ ਚਰਨ ਛੋਹ ਸਥਾਨ ਹੈ। ਹਰ ਸਾਲ ਇਸ ਸਥਾਨ ਤੇ ਬਾਬਾ ਫਰੀਦ ਜੀ ਦੀ ਯਾਦ ਦੇ ਵਿੱਚ ਆਗਮਨ ਪੁਰਬ, ਜਿਹਨੂੰ ਮੇਲਾ ਵੀ ਕਹਿ ਦਿੰਦੇ ਆ, ਉਹ ਲੱਗਦਾ। 5 ਦਿਨਾਂ ਇਹ ਆਗਮਨ ਪੁਰਬ ਹੁੰਦਾ। ਸਰਕਾਰ ਵੀ ਮਨਾਉਂਦੀ ਹੈ ਤੇ ਸੰਗਤਾਂ ਵੀ ਰਲ ਕੇ ਤੇ ਇਹ ਪ੍ਰਬੰਧਕ ਕਮੇਟੀ ਵੀ ਰਲ ਕੇ ਮਨਾਉਂਦੀ ਹੈ। ਇਸ ਸਥਾਨ ਦੀ ਸੇਵਾ 1969 ਦੇ ਵਿੱਚ ਸੰਸਥਾਵਾਂ ਦੇ ਮੁੱਖ ਸੇਵਾਦਾਰ ਜੋ ਪੇਸ਼ੇ ਤੋਂ ਵਕੀਲ ਨੇ, ਇੰਦਰਜੀਤ ਸਿੰਘ ਸੇਖੋਂ ਜੋ ਬਾਅਦ 'ਚ ਖਾਲਸਾ ਬਣ ਗਏ, ਉਹਨਾਂ ਨੇ ਇੱਥੋਂ ਦੀ ਸੇਵਾ ਸ਼ੁਰੂ ਕੀਤੀ। ਇੱਥੇ ਪਹਿਲਾਂ ਮਹੰਤ ਕਰਤਾਰ ਸਿੰਘ ਨਾਮ ਦਾ ਇੱਕ ਇਨਸਾਨ ਰਹਿੰਦਾ ਸੀ ਜੋ ਆਪਦੇ ਪਰਿਵਾਰ ਸਮੇਤ ਇਸ ਸਥਾਨ ਦੀ ਸੇਵਾ ਕਰਦਾ ਸੀ। ਇਸ ਸਥਾਨ ਦੇ ਬਾਰੇ ਲੋਕ ਨਹੀਂ ਸੀ ਜਾਣਦੇ, ਨਾ ਹੀ ਇੱਥੇ ਕੋਈ ਮੱਥਾ ਟੇਕਣ ਆਉਂਦਾ ਸੀ। ਜਦੋਂ ਇਸ ਕਮੇਟੀ ਨੇ, ਜਿਹਦੀ ਅਗਵਾਈ ਖਾਲਸਾ ਜੀ ਨੇ ਕੀਤੀ, ਉਸ ਕਮੇਟੀ ਨੇ ਆਗਮਨ ਪੁਰਬ ਵੀ ਲਾਉਣਾ ਸ਼ੁਰੂ ਕਰਤਾ। ਇੱਥੋਂ ਦੇ ਸਕੂਲ ਵੀ, ਬਾਬਾ ਫਰੀਦ ਸਕੂਲ ਵੀ ਬਣਾਤਾ, ਬਾਬਾ ਫਰੀਦ ਲਾਅ ਕਾਲਜ ਵੀ ਬਣਾਤਾ।
ਟਿੱਲਾ ਬਾਬਾ ਫਰੀਦ ਜੀ ਦਾ ਸਥਾਨ ਪੂਰਾ ਏਸੀ ਹਾਲ ਤੇ ਤੁਸੀਂ ਵੇਖੋਗੇ ਬਹੁਤ ਸੋਹਣਾ ਇੱਕ ਸਥਾਨ ਬਣਾਤਾ। ਗੁਰਦੁਆਰਾ ਗੋਦੜੀ ਸਾਹਿਬ ਕੋਟਕਪੂਰਾ ਰੋਡ ਜਿੱਥੇ ਬਾਬਾ ਫਰੀਦ ਜੀ ਆਪਦੀ ਗੋਦੜੀ ਭੁੱਲੇ ਆਏ ਸੀ ਉਹ ਸਥਾਨ ਵੀ ਬਣਾਤਾ ਤੇ 4 ਚੰਨ ਲੱਗ ਗਏ ਇਸ ਜ਼ਿਲ੍ਹੇ ਨੂੰ। ਤੇ ਲੋਕ ਜਿਹੜੇ ਵੀ ਇਸ ਜ਼ਿਲ੍ਹੇ 'ਚ ਆਉਂਦੇ ਆ ਅੱਜ ਉਹ ਬਾਬਾ ਫਰੀਦ ਜੀ ਦੇ ਸਥਾਨ ਤੇ ਕੋਈ ਵੀ ਕੰਮ ਹੋਵੇ ਉਹ ਕਰਨ ਉਪਰੰਤ ਜਾਂ ਕਰਨ ਤੋਂ ਪਹਿਲਾਂ ਇਸ ਸਥਾਨ ਤੇ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਨਤਮਸਤਕ ਹੋ ਕੇ ਜਾਂਦੇ ਨੇ। ਸੋ ਇਹ ਇਤਿਹਾਸ ਹੈ ਇਸ ਪਵਿੱਤਰ ਧਰਤੀ ਦਾ। ਲੋਕ ਬੜੀ ਹੀ ਸਦਭਾਵਨਾ ਦੇ ਨਾਲ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਜ਼ਿਲ੍ਹੇ ਦੇ ਵਿੱਚ ਜੇਕਰ ਕੋਈ ਵੀ ਵਿਅਕਤੀ ਕੰਮ ਸ਼ੁਰੂ ਕਰਦਾ ਹੈ ਤਾਂ ਉਹ ਪਹਿਲਾਂ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਹਾਜ਼ਰੀ ਜ਼ਰੂਰ ਭਰਦਾ ਹੈ। ਬਿਊਰੋ ਰਿਪੋਰਟ, ਸਕਾਈ ਨਿਊਜ਼ ਪੰਜਾਬ।